Hello students, in this lecture we are going to start with the new chapter, that is measures of skewness. Skewness means lack of symmetry. ਕਈ ਵਾਰ ਅਸੀਂ ਦੇਖਦੇ ਹਾਂ ਕਿ ਜੋ ਸਾਡੇ ਕੋਲ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਹੁੰਦੀ ਹੈ, ਜੋ ਸਕਿਊਨੈਸ ਅਸੀਂ ਕਿਸੇ ਡਿਸਟ੍ਰੀਬਿਊਸ਼ਨ ਦੇ ਵਿੱਚ ਦੇਖ ਸਕਦੇ ਹਾਂ। ਉਹਦਾ ਮਤਲਬ ਕੀ ਹੈ? ਹੁਣ ਨਾਰਮਲ ਡਿਸਟ੍ਰੀਬਿਊਸ਼ਨ ਅਸੀਂ ਕਿਹੜੀ ਡਿਸਟ੍ਰੀਬਿਊਸ਼ਨ ਨੂੰ ਕਹਿੰਦੇ ਹਾਂ? ਦੇਖੋ, ਫ੍ਰੀਕੁਐਂਸੀਜ਼ ਦੇ ਵਿੱਚ ਇੱਕ ਪੈਟਰਨ ਹੋਵੇ, ਜਿਸ ਤਰ੍ਹਾਂ ਕਿ ਰਾਈਜ਼ ਔਰ ਫਾਲ ਅਗਰ ਅਸੀਂ ਦੇਖਦੇ ਹਾਂ ਕਿ ਫ੍ਰੀਕੁਐਂਸੀਜ਼ ਘਟ ਰਹੀਆਂ ਜਾਂ ਵੱਧ ਰਹੀਆਂ, ਤਾਂ ਉਹ ਇੱਕ ਗ੍ਰੈਜੂਅਲ ਰਾਈਜ਼ ਹੋਵੇ, ਗ੍ਰੈਜੂਅਲ ਫਾਲ ਹੋਵੇ। ਸਪੋਜ਼ ਕੋਈ ਫ੍ਰੀਕੁਐਂਸੀਜ਼ ਹੌਲੀ ਹੌਲੀ ਇਨਕਰੀਜ਼ ਹੋ ਰਹੀਆਂ, ਇੱਕ ਹਾਈਐਸਟ ਪੁਆਇੰਟ 'ਤੇ ਪਹੁੰਚਣ ਤੋਂ ਬਾਅਦ ਉਹ ਹੌਲੀ ਹੌਲੀ ਡਿਕਰੀਜ਼ ਹੋ ਰਹੀਆਂ, ਤਾਂ ਚੇਂਜ ਇਜ਼ ਗ੍ਰੈਜੂਅਲ, ਹੌਲੀ ਹੌਲੀ ਆ ਰਿਹਾ ਚੇਂਜ। ਇਸ ਤਰ੍ਹਾਂ ਦੀ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਨੂੰ ਅਸੀਂ ਬੋਲਦੇ ਹਾਂ ਨਾਰਮਲ ਡਿਸਟ੍ਰੀਬਿਊਸ਼ਨ। ਤਾਂ ਇਹਨੂੰ ਅਸੀਂ ਇੱਥੇ ਦੇਖੋ ਇਸ ਤਰ੍ਹਾਂ ਗ੍ਰਾਫਿਕਲੀ ਵੀ ਜੋ ਇੱਕ ਡਾਇਗਰਾਮੈਟਿਕਲੀ ਸ਼ੋ ਕਰ ਸਕਦੇ ਹਾਂ। ਤਾਂ ਇੱਥੇ ਦੇਖੋ ਬਿਲਕੁਲ ਇੱਕ ਜੋ ਕਰਵ ਬਣ ਰਹੀ ਆ, ਹੌਲੀ ਹੌਲੀ ਉੱਪਰ ਜਾ ਰਹੀ ਆ, ਪੀਕ 'ਤੇ ਪਹੁੰਚਣ ਤੋਂ ਬਾਅਦ ਹੌਲੀ ਹੌਲੀ ਸਲੋਲੀ ਨੀਚੇ ਆ ਰਹੀ ਆ। ਤਾਂ ਇਹ ਇੱਕ ਨਾਰਮਲ ਡਿਸਟ੍ਰੀਬਿਊਸ਼ਨ ਨੂੰ ਪ੍ਰੈਜ਼ੈਂਟ ਕਰਦੀ ਆ। ਨਾਰਮਲ ਡਿਸਟ੍ਰੀਬਿਊਸ਼ਨ ਦੇ ਵਿੱਚ ਮੀਨ, ਮੀਡੀਅਨ ਐਂਡ ਮੋਡ ਦੀ ਵੈਲਿਊ ਹਮੇਸ਼ਾ ਇਕੁਅਲ ਹੁੰਦੀ ਆ। ਲੇਕਿਨ ਅਗਰ ਇਸ ਤਰ੍ਹਾਂ ਦੀ ਡਿਸਟ੍ਰੀਬਿਊਸ਼ਨ ਨਾ ਹੋਵੇ, ਅਸੀਂ ਕਈ ਵਾਰ ਦੇਖਦੇ ਹਾਂ ਕਿ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਦੇ ਵਿੱਚ ਵੈਲਿਊਜ਼ ਇੱਕਦਮ ਇਨਕਰੀਜ਼ ਕਰ ਗਈਆਂ, ਇੱਕਦਮ ਬਹੁਤ ਜ਼ਿਆਦਾ ਤੇਜ਼ੀ ਨਾਲ ਛੋਟੀ ਵੈਲਿਊ ਆ, ਇੱਕਦਮ ਬਹੁਤ ਜ਼ਿਆਦਾ ਵੱਡੀਆਂ ਵੈਲਿਊਜ਼ ਆ ਗਈਆਂ। ਪੀਕ 'ਤੇ ਪਹੁੰਚਣ ਤੋਂ ਬਾਅਦ ਫਿਰ ਜਦੋਂ ਸਲੋਲੀ ਉਹਨਾਂ ਨੇ ਘਟਣਾ ਸ਼ੁਰੂ ਕਰ ਦਿੱਤਾ, ਮਤਲਬ ਇਨਕਰੀਜ਼ ਇੱਕਦਮ ਆ ਰਿਹਾ, ਪੀਕ ਜਿਹੜੀ ਆ ਦੇਖੋ ਕਿੰਨੀ ਸਟੀਪਰ ਬਣ ਰਹੀ ਹੈ, ਇੱਦਾਂ ਬਿਲਕੁਲ ਸਟੀਪਰ ਪੀਕ ਬਣ ਰਹੀ ਆ। ਇੱਕ ਪੀਕ 'ਤੇ ਆ ਕੇ ਇਹ ਕਰਵ ਜਿਹੜੀ ਆ ਡਾਊਨਵਰਡ ਹੌਲੀ ਹੌਲੀ ਜਾ ਰਹੀ ਆ, ਇਹ ਕੰਪੈਰੇਟਿਵਲੀ ਇੰਨੀ ਸਟੀਪ ਨਹੀਂ ਹੈਗੀ। ਹੁਣ ਇੱਦਾਂ ਦੀ ਅਗਰ ਡਿਸਟ੍ਰੀਬਿਊਸ਼ਨ ਆ ਜਾਏ ਜਿਹਦੇ ਵਿੱਚ ਕਿ ਇੱਕਦਮ ਵੈਲਿਊਜ਼ ਜਿਹੜੀਆਂ ਫ੍ਰੀਕੁਐਂਸੀਜ਼ ਇਨਕਰੀਜ਼ ਹੋ ਰਹੀਆਂ, ਪੀਕ 'ਤੇ ਜਾਣ ਤੋਂ ਬਾਅਦ ਹੌਲੀ ਹੌਲੀ ਡਿਕਰੀਜ਼ ਹੋ ਰਹੀਆਂ, ਇਹਨੂੰ ਅਸੀਂ ਬੋਲਦੇ ਹਾਂ ਪੋਜ਼ੀਟਿਵਲੀ ਸਕਿਊਡ ਡਿਸਟ੍ਰੀਬਿਊਸ਼ਨ। ਇਹਦੇ ਵਿੱਚ ਮੀਨ ਵਿਲ ਬੀ ਗ੍ਰੇਟਰ ਦੈਨ ਮੀਡੀਅਨ ਐਂਡ ਮੀਡੀਅਨ ਵਿਲ ਬੀ ਗ੍ਰੇਟਰ ਦੈਨ ਮੋਡ। ਹੁਣ ਇਸੇ ਤਰ੍ਹਾਂ ਕਈ ਵਾਰ ਕੀ ਹੁੰਦਾ ਕਿ ਸ਼ੁਰੂਆਤ ਦੇ ਵਿੱਚ ਫ੍ਰੀਕੁਐਂਸੀਜ਼ ਹੌਲੀ ਹੌਲੀ ਗ੍ਰੈਜੂਅਲੀ, ਜਿਸ ਤਰ੍ਹਾਂ ਨਾਰਮਲ ਡਿਸਟ੍ਰੀਬਿਊਸ਼ਨ 'ਚ ਹੁੰਦੀਆਂ, ਇਨਕਰੀਜ਼ ਹੌਲੀ ਹੌਲੀ ਇਨਕਰੀਜ਼ ਹੋ ਰਹੀਆਂ, ਪੀਕ 'ਤੇ ਪਹੁੰਚੀਆਂ, ਪੀਕ 'ਤੇ ਪਹੁੰਚਣ ਤੋਂ ਬਾਅਦ ਸਲੋ ਡਾਊਨ ਇੱਕਦਮ ਆ ਗਿਆ, ਇੱਕਦਮ ਨੀਚੇ ਜਾ ਰਹੀ ਹੈ ਕਰਵ, ਦੇਖੋ ਸਟੀਪਰ ਕਰਵ ਆ। ਇਸ ਇੱਧਰ ਇਨਕਰੀਜ਼ ਵਾਲੀ ਸਟੀਪਰ ਸੀ, ਇੱਧਰ ਡਿਕਰੀਜ਼ ਵਾਲੀ। ਜਦੋਂ ਵੈਲਿਊਜ਼ ਡਿਕਰੀਜ਼ ਹੋਣੀਆਂ ਸ਼ੁਰੂ ਹੋਈਆਂ, ਇੱਕਦਮ ਡਿਕਰੀਜ਼ ਹੋਣੀਆਂ ਸ਼ੁਰੂ ਹੋ ਗਈਆਂ, ਸਟੀਪਰ ਕਰਵ ਨਜ਼ਰ ਆ ਰਹੀ ਹੈ। ਇਹਨੂੰ ਅਸੀਂ ਬੋਲਦੇ ਹਾਂ ਨੈਗੇਟਿਵਲੀ ਸਕਿਊਡ ਡਿਸਟ੍ਰੀਬਿਊਸ਼ਨ। ਇੱਦਾਂ ਦੇ ਕੇਸ ਦੇ ਵਿੱਚ ਜਿਸ ਡਿਸਟ੍ਰੀਬਿਊਸ਼ਨ ਜਿਹੜੀ ਕਿ ਨੈਗੇਟਿਵਲੀ ਸਕਿਊਡ ਡਿਸਟ੍ਰੀਬਿਊਸ਼ਨ ਹੋਵੇ, ਉਹਦਾ ਹਮੇਸ਼ਾ ਜੋ ਮੀਨ ਹੈ ਦੈਟ ਵਿਲ ਬੀ ਲੈਸ ਦੈਨ ਮੀਡੀਅਨ ਐਂਡ ਮੀਡੀਅਨ ਵਿਲ ਬੀ ਲੈਸ ਦੈਨ ਮੋਡ। ਇੱਥੇ ਅਸੀਂ ਦੇਖ ਵੀ ਸਕਦੇ ਹਾਂ। ਤਾਂ ਇਹਦੀ ਅਸੀਂ ਜੋ ਇਹ ਟੇਲ ਹੈ ਇਹ ਦੇਖ ਸਕਦੇ ਹਾਂ ਕਿ ਪੋਜ਼ੀਟਿਵਲੀ ਸਕਿਊਡ ਜਿਹੜੀ ਹੈਗੀ ਆ, ਔਰ ਇਹ ਨੈਗੇਟਿਵਲੀ ਸਕਿਊਡ ਡਿਸਟ੍ਰੀਬਿਊਸ਼ਨ। ਹੁਣ ਇਹ ਕਿਸੇ ਵੀ ਜੋ ਡਿਸਟ੍ਰੀਬਿਊਸ਼ਨ ਦੇ ਵਿੱਚ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਦੇ ਵਿੱਚ ਸਕਿਊਨੈਸ ਹੈ ਕਿ ਨਹੀਂ ਹੈ, ਇਹ ਚੈੱਕ ਕਰਨ ਦੇ ਲਈ ਅਸੀਂ ਅਲੱਗ-ਅਲੱਗ ਮੈਥਡਸ ਪੜ੍ਹਾਂਗੇ। ਇੱਥੇ ਅਸੀਂ 3 ਮੈਥਡਸ ਡਿਸਕਸ ਕਰਾਂਗੇ: ਕਾਰਲ ਪੀਅਰਸਨਸ ਕੋਫੀਸ਼ੀਐਂਟ ਆਫ ਸਕਿਊਨੈਸ, ਕੈਲੀਜ਼ ਕੋਫੀਸ਼ੀਐਂਟ ਐਂਡ ਬੋਲੀਜ਼ ਕੋਫੀਸ਼ੀਐਂਟ। ਇਹ 3 ਮੈਥਡਸ ਅਸੀਂ ਜੋ ਹੈ ਇਹ ਸਕਿਊਨੈਸ ਦੇ ਡਿਸਕਸ ਕਰਾਂਗੇ। ਸਕਿਊਨੈਸ ਜੋ ਹੈ ਉਹ ਡਿਸਪਰਸ਼ਨ ਨਾਲੋਂ ਇਸ ਤਰ੍ਹਾਂ ਡਿਫਰੈਂਟ, ਕਿਉਂਕਿ ਡਿਸਪਰਸ਼ਨ 'ਚ ਵੀ ਅਸੀਂ ਕੋਫੀਸ਼ੀਐਂਟ ਆਫ ਵੇਰੀਏਸ਼ਨ ਪੜ੍ਹਿਆ, ਸਟੈਂਡਰਡ ਡੈਵੀਏਸ਼ਨ ਪੜ੍ਹੀ, ਉਹ ਵੀ ਤਾਂ ਸਾਨੂੰ ਵੇਰੀਏਬਿਲਟੀ ਦੱਸਦੇ ਆ, ਚੇਂਜ ਦੱਸਦੇ ਆ, ਚੇਂਜ ਕਿੰਨਾ ਆ ਰਿਹਾ। ਬਟ ਡਿਸਪਰਸ਼ਨ ਐਂਡ ਸਕਿਊਨੈਸ ਦੇ ਮੈਜਰਸ ਦੇ ਵਿੱਚ ਕੀ ਡਿਫਰੈਂਸ ਹੈ ਕਿ ਸਕਿਊਨੈਸ ਸਾਨੂੰ ਇਹ ਵੀ ਦੱਸਦਾ ਕਿ ਚੇਂਜ ਕਿੰਨਾ ਆਇਆ, ਅਤੇ ਨਾਲ ਦੀ ਨਾਲ ਸਾਨੂੰ ਚੇਂਜ ਦੀ ਡਾਇਰੈਕਸ਼ਨ ਵੀ ਦੱਸਦਾ, ਪੋਜ਼ੀਟਿਵ ਚੇਂਜ ਆਇਆ ਕਿ ਨੈਗੇਟਿਵ ਚੇਂਜ ਆਇਆ, ਇਨਕਰੀਜ਼ ਹੋਇਆ ਕਿ ਡਿਕਰੀਜ਼। ਸੋ ਜੋ ਸਕਿਊਨੈਸ ਹੈ ਉਹ ਸਾਨੂੰ ਚੇਂਜ ਦੇ ਨਾਲ ਨਾਲ ਚੇਂਜ ਦਾ ਮੈਗਨੀਟਿਊਡ ਵੀ ਦੱਸਦੀ ਹੈ, ਜਿਹੜੀ ਕਿ ਡਿਸਪਰਸ਼ਨ ਨਹੀਂ ਦੱਸਦੀ। ਸੋ ਜੋ ਸਕਿਊਨੈਸ ਹੈ, ਸਕਿਊਨੈਸ ਫਾਈਂਡ ਕਰਨ ਵੇਲੇ ਅਸੀਂ ਜੋ ਮੈਜਰਸ ਆਫ ਡਿਸਪਰਸ਼ਨ ਆ ਉਹਨਾਂ ਦੀ ਹੈਲਪ ਵੀ ਲੈਂਦੇ ਹਾਂ। ਇਹਦੇ ਵਿੱਚ ਅਸੀਂ ਮੈਜਰਸ ਆਫ ਸੈਂਟਰਲ ਟੈਂਡੈਂਸੀਜ਼ ਨੂੰ ਵੀ ਯੂਜ਼ ਕਰਦੇ ਹਾਂ। ਦੈਟ ਮੀਨਸ ਕਿ ਡਿਸਪਰਸ਼ਨ ਨੂੰ ਡਾਇਰੈਕਟਲੀ ਡਾਟਾ ਤੋਂ ਅਸੀਂ ਕੈਲਕੂਲੇਟ ਕਰ ਲੈਂਦੇ ਹਾਂ, ਲੇਕਿਨ ਸਕਿਊਨੈਸ ਜੋ ਹੈ ਉਹਨੂੰ ਕੈਲਕੂਲੇਟ ਕਰਨ ਦੇ ਲਈ, ਫਾਈਂਡ ਕਰਨ ਦੇ ਲਈ ਸਾਨੂੰ ਜੋ ਮੈਜਰਸ ਆਫ ਸੈਂਟਰਲ ਟੈਂਡੈਂਸੀ, ਜਿਹਦਾ ਮੀਨ, ਮੀਡੀਅਨ, ਮੋਡ ਐਂਡ ਮੈਜਰਸ ਆਫ ਡਿਸਪਰਸ਼ਨ ਜਿਹੜੇ ਹੈਗੇ ਉਹਨਾਂ ਦੀ ਹੈਲਪ ਲੈਣੀ ਪੈਂਦੀ ਹੈ। ਸੋ ਇਸ ਤਰ੍ਹਾਂ ਜੋ ਹੈ ਇਹਨਾਂ ਦੇ ਵਿੱਚ ਡਿਫਰੈਂਸ ਵੀ ਅਸੀਂ ਦੇਖ ਸਕਦੇ ਹਾਂ। ਸੋ ਜੋ ਡਿਸਪਰਸ਼ਨਸ ਦੇ ਵਿੱਚ ਅਸੀਂ ਮੈਜਰਸ ਪੜ੍ਹਦੇ ਸੀਗੇ, ਉਹਨਾਂ ਦੇ ਵਿੱਚ ਵੈਲਿਊ ਜਿਹੜੀ ਆ ਉਹ ਆਲਵੇਜ਼ ਕੋਫੀਸ਼ੀਐਂਟਸ ਦੀ ਲੈਸ ਦੈਨ 1 ਰਹਿੰਦੀ ਸੀ, ਜਿਹਦਾ ਕੋਫੀਸ਼ੀਐਂਟਸ ਅਸੀਂ ਪੜ੍ਹਿਆ। ਲੇਕਿਨ ਸਕਿਊਨੈਸ ਦੇ ਵਿੱਚ ਸਕਿਊਨੈਸ ਦਾ ਜਿਹੜਾ
ਵੈਲਿਊ ਦਾ ਬੈਂਡ ਹੈਗਾ ਉਹ ਹੈਗਾ ਆ प्लस और -3। तो ਇੱਥੇ ਅਸੀਂ ਜੋ ਕੋਫੀਸ਼ੀਐਂਟ ਆਫ ਸਕਿਊਨੈਸ ਆ ਉਹਦੀ ਵੈਲਿਊ ਨੂੰ 3 ਦੇ ਨਾਲ ਕੰਪੇਅਰ ਕਰਦੇ ਹਾਂ। तो ਇਹਦਾ ਮੈਕਸਿਮਮ ਵੈਲਿਊ ਕਿੰਨੀ ਹੋ ਸਕਦੀ ਆ 3। तो -3 to 3 ਇਹਦਾ ਜਿਹੜਾ ਹੈਗਾ ਆ ਉਹ ਵੈਲਿਊ ਦਾ ਬੈਂਡ ਆ। ਇਸ ਰੇਂਜ ਦੇ ਵਿੱਚ ਵੈਲਿਊ ਜਿਹੜੀ ਸਕਿਊਨੈਸ ਦੀ ਸਾਡੇ ਕੋਲ ਹੁੰਦੀ ਆ। तो ਹੁਣ ਅਸੀਂ ਅੱਗੇ ਤਿੰਨੋਂ ਮੈਥਡਸ ਨੂੰ ਡਿਸਕਸ ਕਰਾਂਗੇ। ਸਾਡੇ ਕੋਲ ਐਬਸੋਲਿਊਟ ਮੈਥਡਸ ਵੀ ਹੁੰਦੇ ਆ ਟੂ ਫਾਈਂਡ ਸਕਿਊਨੈਸ ਐਂਡ ਰਿਲੇਟਿਵ ਮੈਥਡਸ ਵੀ ਹੁੰਦੇ ਆ, ਲੇਕਿਨ ਐਬਸੋਲਿਊਟ ਮੈਥਡਸ ਦਾ ਕੋਈ ਜ਼ਿਆਦਾ ਯੂਜ਼ ਨਹੀਂ ਕੀਤਾ ਜਾਂਦਾ। ਸੋ ਜ਼ਿਆਦਾਤਰ ਯੂਜ਼ ਜਿਹੜੇ ਉਹ ਰਿਲੇਟਿਵ ਮੈਥਡਸ ਹੁੰਦੇ ਆ। ਸੋ ਦੇ ਆਰ ਇੰਪੋਰਟੈਂਟ। ਅਸੀਂ ਉਹਨਾਂ ਨੂੰ 1 ਬਾਏ 1 ਇੱਥੇ ਤਿੰਨੋਂ ਮੈਥਡਸ ਨੂੰ ਡਿਸਕਸ ਕਰਾਂਗੇ। So here you can see the formulas for absolute skewness. Absolute skewness ਦੇ ਲਈ ਸਾਨੂੰ ਅਸੀਂ ਮੀਨ ਐਂਡ ਮੀਡੀਅਨ ਤੋਂ ਵੀ ਫਾਈਂਡ ਕਰ ਸਕਦੇ ਹਾਂ। ਮੀਨ ਮਾਈਨਸ ਮੀਡੀਅਨ, ਮੀਨ ਮਾਈਨਸ ਮੋਡ ਐਂਡ ਮੀਡੀਅਨ ਮਾਈਨਸ ਮੋਡ। ਇਹ ਤਿੰਨੋਂ ਜੋ ਮੈਥਡਸ ਹੈਗੇ ਐਬਸੋਲਿਊਟ ਸਕਿਊਨੈਸ ਦੇ ਆ, ਬਟ ਇਹਨਾਂ ਨੂੰ ਜ਼ਿਆਦਾਤਰ ਯੂਜ਼ ਨਹੀਂ ਕੀਤਾ ਜਾਂਦਾ। ਜੋ ਵਾਈਡਲੀ ਯੂਜ਼ ਕੀਤੇ ਜਾਂਦੇ ਉਹ ਰਿਲੇਟਿਵ ਮੈਜਰਸ ਹੈਗੇ ਆ। ਸੋ ਫਸਟ ਮੈਥਡ ਹੈਗਾ ਸਾਡੇ ਕੋਲ ਰਿਲੇਟਿਵ ਮੈਜਰਸ ਦੇ ਵਿੱਚ ਕਾਰਲ ਪੀਅਰਸਨਸ ਕੋਫੀਸ਼ੀਐਂਟ ਆਫ ਸਕਿਊਨੈਸ, ਐਂਡ ਵਿਚ ਇਜ਼ ਆਲਸੋ ਦ ਮੋਸਟ ਇੰਪੋਰਟੈਂਟ ਮੈਥਡ ਇਨ ਦਿਸ ਚੈਪਟਰ। ਕਾਰਲ ਪੀਅਰਸਨਸ ਦਾ ਕੋਫੀਸ਼ੀਐਂਟ ਆਫ ਸਕਿਊਨੈਸ ਫਾਈਂਡ ਕਰਨ ਦੇ ਲਈ ਸਾਨੂੰ 3 ਚੀਜ਼ਾਂ ਚਾਹੀਦੀਆਂ, ਐਂਡ ਥੀਸ ਆਰ ਮੀਨ, ਮੋਡ ਐਂਡ ਸਟੈਂਡਰਡ ਡੈਵੀਏਸ਼ਨ। ਸੋ ਅਗਰ ਸਾਡੇ ਕੋਲ ਮੋਡ ਇਲ ਡਿਫਾਈਨਡ ਹੋਵੇ, ਜਿਸ ਤਰ੍ਹਾਂ ਅਸੀਂ ਪਿਛਲੇ ਲੈਕਚਰਸ ਦੇ ਵਿੱਚ ਡਿਸਕਸ ਵੀ ਕੀਤਾ, ਤਾਂ ਮੋਡ ਇਲ ਡਿਫਾਈਨਡ ਹੋਵੇ ਤਾਂ ਉਸ ਕੇਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਦੋਂ ਮੋਡ ਫਾਈਂਡ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਸੀਰੀਜ਼ ਦੇ ਵਿੱਚ ਕੋਈ ਰਿਪੀਟਿਵ ਵੈਲਿਊ ਹੀ ਨਹੀਂ ਹੈਗੀ, ਤਾਂ ਉਸ ਕੇਸ ਦੇ ਵਿੱਚ ਅਸੀਂ ਇਹ ਵਾਲਾ ਫਾਰਮੂਲਾ ਇਜ਼ 3 ਇੰਟੂ ਮੀਨ ਮਾਈਨਸ ਮੀਡੀਅਨ ਓਵਰ ਸਟੈਂਡਰਡ ਡੈਵੀਏਸ਼ਨ। ਹੁਣ ਅਸੀਂ ਇਹਦੇ ਵਿੱਚ ਮੋਡ ਯੂਜ਼ ਹੀ ਨਹੀਂ ਕਰ ਰਹੇ, ਮੋਡ ਦੀ ਜਗ੍ਹਾ 'ਤੇ ਅਸੀਂ ਇਹ ਵਾਲਾ ਫਾਰਮੂਲਾ ਲਿਖ ਲਿਆ 3 ਇੰਟੂ ਮੀਨ ਮਾਈਨਸ ਮੀਡੀਅਨ ਯੂਜ਼ ਕਰਾਂਗੇ। ਸੋ ਅਗੇਨ ਹੁਣ ਅਸੀਂ ਇੱਥੇ ਮੈਂ ਜਦੋਂ ਨੂਮੈਰੀਕਲ ਐਗਜ਼ਾਮਪਲ ਲਵਾਂਗੀ ਤਾਂ ਉਹਦੇ ਵਿੱਚ ਅਸੀਂ ਬਾਰ-ਬਾਰ ਮੀਨ ਮੀਡੀਅਨ ਮੋਡ ਜਿਹੜਾ ਆ ਉਹ ਕੈਲਕੂਲੇਟ ਨਹੀਂ ਕਰਾਂਗੇ, ਮੈਂ ਡਾਇਰੈਕਟਲੀ ਵੈਲਿਊਜ਼ ਲੈ ਲਾਂਗੀ। ਵੈਸੇ ਤੁਹਾਨੂੰ ਕੋਈ ਵੀ ਜਿਸ ਤਰ੍ਹਾਂ ਮੀਨ ਮੀਡੀਅਨ ਮੋਡ ਫਾਈਂਡ ਕਰਨ ਦੇ ਲਈ ਨਾਰਮਲ ਸੀਰੀਜ਼ ਦਿੱਤੀ ਹੁੰਦੀ ਆ ਜਾਂ ਮੈਜਰਸ ਆਫ ਡਿਸਪਰਸ਼ਨ ਫਾਈਂਡ ਕਰਨ ਦੇ ਲਈ ਇਸੇ ਤਰ੍ਹਾਂ ਇੰਡੀਵਿਜੂਅਲ ਕੰਟੀਨਿਊਸ ਔਰ ਡਿਸਕ੍ਰੀਟ ਸੀਰੀਜ਼ ਕੋਈ ਵੀ ਸੀਰੀਜ਼ ਦਿੱਤੀ ਹੋ ਸਕਦੀ ਆ, ਔਰ ਕਿਆ ਹੋ ਸਕਦਾ ਕਿ ਉਹਦੇ ਲਈ ਜਿਹੜਾ ਸਕਿਊਨੈਸ ਫਾਈਂਡ ਕਰੋ ਤਾਂ ਜਾਂ ਇਹ ਲਿਖਿਆ ਹੋ ਸਕਦਾ ਆ ਕਿ ਕਮੈਂਟ ਔਨ ਦਾ ਡਿਸਟਰੀਬਿਊਸ਼ਨ। ਦੈਟ ਮੀਨਸ ਕਿ ਉੱਥੇ ਤੁਸੀਂ ਡਿਸਟਰੀਬਿਊਸ਼ਨ ਨੂੰ ਚੈੱਕ ਕਰਨਾ ਆ ਕਿ ਉਹ ਸਕਿਊਡ ਹੈਗੀ ਆ ਜਾਂ ਨਹੀਂ ਹੈਗੀ। ਅਤੇ ਉਸ ਵਾਸਤੇ ਹੁਣ ਅਸੀਂ ਜੋ ਹੈ ਉਹ ਡਾਇਰੈਕਟਲੀ ਹੀ ਮੈਂ ਇੱਥੇ ਮੀਨ ਮੀਡੀਅਨ ਮੋਡ ਲੈ ਲਾਂਗੀ, ਬਿਕੋਜ਼ ਦ ਵੀਡੀਓ ਵਿਲ ਗੈਟ ਸੋ ਲੋਂਗਰ ਅਗਰ ਮੈਂ ਸਾਰੀ ਕੈਲਕੂਲੇਸ਼ਨ ਦੁਬਾਰਾ ਇੱਥੇ ਕਰਾਂਗੀ। ਸੋ ਮੀਨ ਮੀਡੀਅਨ ਮੋਡ ਦੇ ਲਈ ਅਸੀਂ ਆਲਰੇਡੀ ਬਹੁਤ ਲੈਕਚਰਸ ਬਣਾ ਚੁੱਕੇ ਹਾਂ। ਸੋ ਇੱਥੇ ਮੈਂ ਡਾਇਰੈਕਟ ਵੈਲਿਊਜ਼ ਲੈ ਕੇ ਜਿਹੜਾ ਕਾਰਲ ਪੀਅਰਸਨਸ ਕੋਫੀਸ਼ੀਐਂਟ ਆਫ ਸਕਿਊਨੈਸ ਐਂਡ ਅਦਰ ਕੋਫੀਸ਼ੀਐਂਟਸ ਜਿਹੜੇ ਹੈਗੇ ਕੈਲੀਜ਼ ਕੋਫੀਸ਼ੀਐਂਟ ਐਂਡ ਬੋਲੀਜ਼ ਕੋਫੀਸ਼ੀਐਂਟ ਆ ਉਹਦੇ ਬਾਰੇ ਤੁਹਾਨੂੰ ਦੱਸ ਦਿੰਦੀ ਹਾਂ। So Bowley's and Kelly's coefficient are the another methods to find skewness। ਇਹਦੇ ਲਈ ਸਾਨੂੰ ਫਾਰਮੂਲੇ 'ਚ ਕੀ ਚਾਹੀਦਾ, ਜਿਸ ਤਰ੍ਹਾਂ ਪਿਛਲੇ ਕਾਰਲ ਪੀਅਰਸਨ ਮੈਥਡ ਦੇ ਵਿੱਚ ਸਾਨੂੰ ਮੀਨ ਐਂਡ ਮੋਡ ਐਂਡ ਸਟੈਂਡਰਡ ਡੈਵੀਏਸ਼ਨ ਚਾਹੀਦੀ ਆ। ਬਾਊਲੀਜ਼ ਕੋਫੀਸ਼ੀਐਂਟ ਦੇ ਲਈ ਸਾਨੂੰ ਫਸਟ ਕੁਆਰਟਾਈਲ, ਥਰਡ ਕੁਆਰਟਾਈਲ, ਮੀਡੀਅਨ ਚਾਹੀਦਾ। ਸੋ ਆਲਰੇਡੀ ਇਹ ਵੀ ਅਸੀਂ ਦੇਖ ਚੁੱਕੇ ਹਾਂ ਕਿ ਕਿਸ ਤਰ੍ਹਾਂ ਇਹ ਕੁਆਰਟਾਈਲਸ ਜੋ ਹੈਗੇ ਫਾਈਂਡ ਕਰਨੇ ਆ। ਕੈਲੀਜ਼ ਕੋਫੀਸ਼ੀਐਂਟ ਦੇ ਲਈ ਸਾਨੂੰ ਫਸਟ ਡਿਸਾਈਲ, 9th ਡਿਸਾਈਲ, ਮੀਡੀਅਨ ਚਾਹੀਦਾ, ਜਾਂ ਇਹਨੂੰ ਅਸੀਂ ਪਰਸੈਂਟਾਈਲਸ ਤੋਂ ਵੀ ਕੈਲਕੂਲੇਟ ਕਰ ਸਕਦੇ ਹਾਂ। ਸੋ ਕਈ ਵਾਰ ਹੋ ਸਕਦਾ ਕਿ ਆਲਰੇਡੀ ਤੁਹਾਨੂੰ ਡਾਟਾ ਗਿਵਨ ਹੋਵੇ ਡਿਸਾਈਲਸ ਜਾਂ ਪਰਸੈਂਟਾਈਲ ਦੀ ਫਾਰਮ ਦੇ ਵਿੱਚ, ਤਾਂ ਦੋਨਾਂ ਤੋਂ ਅਸੀਂ ਫਾਰਮੂਲਾ ਜਿਹੜਾ ਆ ਉਹ ਯੂਜ਼ ਕਰਕੇ ਕੋਫੀਸ਼ੀਐਂਟ ਆਫ ਸਕਿਊਨੈਸ ਫਾਈਂਡ ਕਰ ਸਕਦੇ ਹਾਂ। ਸੋ ਇਸ ਕਰਕੇ ਪਿਛਲੇ ਲੈਕਚਰਸ ਨੂੰ ਧਿਆਨ ਨਾਲ ਸੁਣਨਾ ਜ਼ਰੂਰੀ ਆ, ਔਰ ਇਹ ਜਿਹੜੇ ਕੁਆਰਟਾਈਲਸ ਫਾਈਂਡ ਕਰਨੇ, ਡਿਸਾਈਲ ਫਾਈਂਡ ਕਰਨੇ, ਪਰਸੈਂਟਾਈਲ, ਮੀਡੀਅਨ, ਮੀਨ ਮੋਡ, ਇਹ ਸਾਰੇ ਆਉਣੇ ਜ਼ਰੂਰੀ ਆ। ਦੈਨ ਓਨਲੀ ਯੂ ਕੈਨ ਬੀ ਏਬਲ ਟੂ ਸੋਲਵ ਥੀਸ ਨੂਮੈਰੀਕਲਸ। ਸੋ ਇਹ ਵੀਡੀਓਜ਼ ਜਿਹੜੀਆਂ ਹੈਗੀਆਂ ਪਿਛਲੀਆਂ ਜ਼ਰੂਰ ਧਿਆਨ ਨਾਲ ਦੇਖ ਲੈਣਾ ਤਾਂ ਕਿ ਕੁਆਰਟਾਈਲਸ ਫਾਈਂਡ ਕਰਨੇ, ਡਿਸਾਈਲ, ਪਰਸੈਂਟਾਈਲ, ਮੀਨ, ਮੀਡੀਅਨ, ਮੋਡ ਦੇ ਕਨਸੈਪਟ ਤੁਹਾਡੇ ਕਲੀਅਰ ਹੋ ਜਾਣ। ਸੋ ਹੁਣ ਅਸੀਂ ਇੱਥੇ ਕੋਈ ਇੱਕ ਐਗਜ਼ਾਮਪਲ ਲੈ ਕੇ ਇਹ ਤਿੰਨੋਂ ਕੋਫੀਸ਼ੀਐਂਟਸ ਜਿਹੜੇ ਆ ਉਹਨਾਂ ਦੇ ਲਈ ਫਾਈਂਡ ਕਰ ਲਾਂਗੇ। Here we have taken the example, mean ਦਿੱਤਾ ਹੈ 25, ਮੋਡ ਐਂਡ ਸਟੈਂਡਰਡ ਡੈਵੀਏਸ਼ਨਸ ਆਰ ਗਿਵਨ। ਹੁਣ ਡਾਟਾ ਤੋਂ ਹੀ ਕਲੀਅਰ ਆ ਕਿ ਮੈਥਡ ਦੀ ਸੂਟੇਬਿਲਿਟੀ ਕਿਹੜੇ ਦੀ ਬਣਦੀ ਆ, ਸਕਿਊਨੈਸ ਵਿਦ ਕਾਰਲ ਪੀਅਰਸਨਸ ਕੋਫੀਸ਼ੀਐਂਟ, ਬਿਕਾਜ਼ ਉਹਦੇ ਵਿੱਚ ਹੀ ਸਾਨੂੰ ਚਾਹੀਦਾ ਹੁੰਦਾ ਆ ਇਹ ਤਿੰਨੋਂ ਚੀਜ਼ਾਂ, ਮੀਨ, ਮੋਡ ਐਂਡ ਸਟੈਂਡਰਡ ਡੈਵੀਏਸ਼ਨ।
तीनों चीज़ां देखो इत्थे एक्चुअली बेसिकली सीरीज़ गिवन सी, सीरीज़ तो उन्होंने कहा कि स्क्यूनेस फाइंड करो, तो ਉਹਦੇ ਲਈ ਪਹਿਲੇ ਸਾਨੂੰ तीनों चीज़ां फाइंड करनियां पैणियां। देखो पहले मेन फाइंड करना पेगा, मॉड फाइंड करना पेगा एंड स्टैंडर्ड डेविएशन फाइंड करनी पेगी। तीनों चीज़ां फाइंड करन तो बाद स्क्यूनेस का जिहड़ा फॉर्मूला तुसी अप्लाई करोगे, तो एक फुल फ्लैश्ड 15 मार्क्स का क्वेश्चन जिहड़ा इहदे नाल तुहाडा बन जांदा। हुण ये वैल्यूज़ इत्थे असीं पुट करतीआं फॉर्मूले दे विच। ये साडे कोल आंसर जो है इहदा, सो द मीन वॉज 24। हुण जदों 24 माइनस 24.7 कीते तो ये नैगेटिव वैल्यू आ रही 0.7। सो here you can see the answer is minus 0.062। so skewness is present and it is a negative skewness। so ਅਸੀਂ ਕੀ ਕਮੈਂਟ ਕਰ ਸਕਦੇ ਹਾਂ ਡਿਸਟ੍ਰੀਬਿਊਸ਼ਨ ਬਾਰੇ ਕਿ ਦ ਡਿਸਟ੍ਰੀਬਿਊਸ਼ਨ ਇਜ਼ ਨੈਗੇਟਿਵਲੀ ਸਕੀਊਡ। ਨੈਗੇਟਿਵ ਆਂਸਰ ਆ ਗਿਆ ਔਰ ਆਂਸਰ ਜਿਹੜਾ ਆ ਉਹ ਵਿਦਿਨ द रेंज ऑफ -3 + 3 है। ये चैक कर लेना कि आंसर इस रेंज तो बाहर नहीं जाना चाहिए। सो हुण साडे कोल इत्थे डाटा मीडियन फर्स्ट क्वार्टाइल एंड थर्ड क्वार्टाइल लिता है। ये अकॉर्डिंग असी देख सकते हैं कि ये जो फॉर्मूला बाउलीज कोफिशिएंट ऑफ स्क्यूनेस हैगा ਉਹਦੇ ਵਿੱਚ ਇਹ ਸਾਨੂੰ ਚੀਜ਼ਾਂ ਰਿਕੁਆਇਰਡ ਹੁੰਦੀਆਂ। तो ਇਹਦੇ ਲਈ ਅਸੀਂ ਫਾਰਮੂਲਾ ਜੋ ਲਿਖਿਆ ਸੀ दैट वाज थर्ड क्वार्टाइल माइनस फर्स्ट क्वार्टाइल माइनस 2 मीडियन ओवर Q3 माइनस Q1, सॉरी इट वाज प्लस माइनस Q1। हुण इहदे विच वैल्यूज़ नूं पुट कर दो। वैल्यूज़ पुट करन तो बाद साडे कोल आंसर आ जाएगा -2.41 ओवर 23.47 and it will be equal to -0.103। so again the distribution is negatively skewed। so अगर तुहाडे कोल मैंशन किया है क्लीयर कट न्यूमेरिकल दे विच कि ए वाले फॉर्मूले तो फाइंड करो कार्ल पियर्सन्स बॉलीज कोफिशिएंट और कैलीज कोफिशिएंट, दैन तुसी वही फाइंड करोगे। अगर तुहानू डाटा ऑलरेडी गिवन है तो तुसी डाटा नू एक बार देख लेना कि किहड़े मैथड दे लई डाटा जिहड़ा सूटेबल है। उहते ते सिंपली लिखिया होवे कि फाइंड द स्क्यूनेस, लेकिन डाटा दिता है तुहानू परसेंटाइल्स दे विच जां डिसाइल्स दा, तो दैट मीनस क्लीयर है कि उत्थे तुसी कैलीज फॉर्मूला ही यूज़ कर सकते हो, बाकी चीज़ां तुहाडे कोल है ही नहीं है। ओहदी फॉर्मूले की रिक्वायरमेंट के अकॉर्डिंग तुहाडे कोल डाटा है। सो अगर सीरीज़ दे के कुछ भी नहीं लिखिया नाल कि सिंपली लिखता कि फाइंड स्क्यूनेस और कमेंट अपॉन द डिस्ट्रीब्यूशन, दैन सुटेबल टेक्निक किहड़ी है सब तो तिन्नां दे विचों कार्ल पियर्सन्स कोफिशिएंट। अगर कुछ भी मैथड नहीं लिखिया है, कोई भी डाटा सिंपल तुहानू सीरीज़ की फॉर्म च दे दिता है, ऑलरेडी कैलकुलेटिड डाटा नहीं दिता, दैन तुसी कार्ल पियर्सन्स कोफिशिएंट ऑफ स्क्यूनेस नाल ही जिहड़ी है स्क्यूनेस फाइंड करोगे। सो हुण असीं इत्थे एक एग्जाम्पल देख लैंदे हां जिहदे विच कि कैलीज फॉर्मूला यूज़ किया होवे। तो कैलीज दा फॉर्मूला की है D1 D9 ओवर। So here is the data for Galley's coefficient, first decile, ninth decile and median. So when we put this data in the above formula, that is over 38.57 minus 25.67 and it will be equal to 0.082. So this will be the answer, and here you can see the distribution is positively skewed। So इस तरह ये तीनों methods दे नाल तुसी skewness find कर सकते हो, and with these three methods here we have completed this chapter of skewness।